श्री हरमंदर साहब दे गुरबाणी प्रसार ਨੂੰ ਲੈ ਕੇ ਆਪ ਪਾਰਟੀ ਦਾ ਪ੍ਰਮੁੱਖ ਤੇ ਆਰਐਸਐਸ ਦੀ ਬੀ ਟੀਮ ਕੇਜਰੀਵਾਲ ਤੇ ਸੀਐਮ ਭਗਵੰਤ ਮਾਨ ਜਿਹੜਾ ਸ਼੍ਰੋਮਣੀ ਕਮੇਟੀ ਦੇ ਕੰਮ ਦੇ ਵਿੱਚ ਦਖਲਅੰਦਾਜ਼ੀ ਕਰਕੇ ਜੋ ਕਿ ਇਹ ਬਹੁਤ ਵੱਡਾ ਸਿੱਖ ਕੌਮ ਦਾ ਨੁਕਸਾਨ ਕਰ ਰਹੇ ਨੇ। ਸਿੱਖ ਕੌਮ ਜੇ ਇਹ ਪਿੱਛੇ ਨਹੀਂ ਹਟਦੇ ਤਾਂ ਇਹਨਾਂ ਨੂੰ ਬਹੁਤ ਜ਼ਿਆਦਾ ਭੁਗਤਣਾ ਪਏਗਾ। ਕਿ ਸਭ ਤੋਂ ਪਹਿਲਾਂ ਇਹੀ ਗੱਲ ਆ ਰਹੀ ਹੈ ਕਿ ਇਹ ਆਪਣਾ ਜੋ ਭਗਵੰਤ ਮਾਨ ਜਿਸ ਤਰ੍ਹਾਂ ਕਿ ਆਰਐਸਐਸ ਦਾ ਅਸੀਂ ਵੀ ਕਹਿ ਰਹੇ ਵੀ ਜੂਠਾ ਚੱਕ ਕੇ ਸਿੱਖ ਹੁੰਦਿਆਂ ਹੋਇਆਂ ਸਿੱਖ ਦੀ ਸਿਰਮੌਰ ਸ਼੍ਰੋਮਣੀ ਕਮੇਟੀ ਦੇ ਵਿੱਚ ਦਖਲਅੰਦਾਜ਼ੀ ਕਰ ਰਿਹਾ। ਇਸ ਕਰਕੇ ਉਸ ਨੂੰ ਅਸੀਂ ਯਾਦ ਕਰਵਾਉਣਾ ਚਾਹੁੰਦੇ ਹਾਂ ਕਿ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਆਮ ਜਨਤਾ ਸਿੱਖ ਕੌਮ ਜਿਹੜੀ ਹੈਗੀ ਆ ਇਹ ਸੜਕਾਂ 'ਤੇ ਉਤਰੇਗੀ ਜੇਕਰ ਤੁਸੀਂ ਇਹ ਪਿੱਛੇ ਨਹੀਂ ਜਾਂਦੇ। ਤੇ ਜਿਸ ਤਰ੍ਹਾਂ ਹੀ ਪਹਿਲਾਂ ਹੁਣ ਤੱਕ ਜਿੰਨੇ ਵੀ ਆਰਐਸ ਦੀਆਂ ਬੀਜੇਪੀ ਦੀਆਂ ਸਰਕਾਰਾਂ ਨੇ ਜਿਸ ਤਰ੍ਹਾਂ ਕਿ ਦਿੱਲੀ ਉੱਤੇ ਇਹ ਆਪਣਾ ਗੁਰਦੁਆਰੇ ਉੱਤੇ ਕਬਜ਼ਾ ਕੀਤਾ ਹੈ, ਹਰਿਆਣੇ 'ਚ ਆਪਣਾ ਗੁਰਦੁਆਰਿਆਂ 'ਤੇ ਕਬਜ਼ਾ ਕਰਕੇ ਆਰਐਸਐਸ ਦੇ ਜਿਹੜੇ ਮਹੰਤਾਂ ਤੋਂ ਜਿਸ ਤਰ੍ਹਾਂ ਕਿ ਸਿੱਖ ਕੌਮ ਨੇ ਪਹਿਲਾਂ ਗੁਰਦੁਆਰੇ ਛੁਡਵਾਏ ਸਨ ਉਹੀ ਚੀਜ਼ ਜਿਹੜੀ ਹੈ ਮਹੰਤਾਂ ਨੂੰ ਇਹਨਾਂ ਨੇ ਅੱਗੇ ਲਾ ਕੇ ਤੇ ਇਹਦੇ ਪਿੱਛੇ ਬੀਜੇਪੀ ਆਪਣੇ ਜਿਹੜਾ ਵੀ ਕੰਮ ਕਰ ਰਹੀ ਆ। ਜਦ ਕਿ ਹੁਣ ਪਿੱਛੇ ਜੇ ਆਪਣਾ ਕੁਰਸ਼ੇਤਰ ਕਿਸਾਨਾਂ ਦਾ ਧਰਨਾ ਸੀਗਾ। ਪਹਿਲਾਂ ਜਿੰਨੇ ਵੀ ਸ਼੍ਰੋਮਣੀ ਕਮੇਟੀ ਹੈ ਕਿਸੇ ਦਾ ਵੀ ਧਰਨਾ ਹੋਵੇ ਭਾਵੇਂ ਕਿਸਾਨਾਂ ਦਾ ਹੋਵੇ ਭਾਵੇਂ ਕਿਸੇ ਵੀ ਕਿਸਮ ਦਾ ਕੋਈ ਧਰਨਾ ਹੋਵੇ ਤੇ ਲੰਗਰ ਸ਼੍ਰੋਮਣੀ ਕਮੇਟੀ ਦਿੰਦੀ ਸੀ। ਤੇ ਇਹਨਾਂ ਨੇ ਹੁਣ ਤੋਂ ਹੀ ਮਤਲਬ ਜਿਹੜੇ ਕਿ ਇਹ ਲੰਗਰ ਸਨ ਇਹ ਦੇਣੇ ਇਹਨਾਂ ਨੂੰ ਬੰਦ ਕਰਤੇ ਨੇ। ਤੇ ਇਹ ਜਿਸ ਤਰ੍ਹਾਂ ਕਿ ਇਹ ਹਰਿਆਣੇ ਦੀ ਕਮੇਟੀ ਜਿਸ ਤਰ੍ਹਾਂ ਬਾਰ-ਬਾਰ ਆਪਣੇ ਗੋਲਕਾਂ ਪਿੱਛੇ ਹੀ ਆਪਸ ਵਿੱਚ ਹੀ ਲੜੀ ਜਾ ਰਹੇ ਨੇ ਇਹ ਇੱਕ ਸਿੱਖ ਕੌਮ ਵਾਸਤੇ ਬਹੁਤ ਮੰਦਭਾਗੀ ਗੱਲ ਹੈ। ਇਸ ਕਰਕੇ ਮੈਂ ਇਹ ਵੀ ਹੁਣ ਕੌਮ ਦੇ ਅੱਗੇ ਔਰ ਸੀਐਮ ਖੱਟਰ ਸਾਹਿਬ ਦੇ ਅੱਗੇ ਅਪੀਲ ਕਰਦਾ ਕਿ ਜਲਦੀ ਤੋਂ ਜਲਦੀ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਲੈਕਸ਼ਨ ਕਰਾਇਆ ਜਾਵੇ ਤਾਂ ਕਿ ਜਿਹੜੀ ਕੌਮ ਆਪਣੇ ਗੁਰਦੁਆਰਿਆਂ ਨੂੰ ਸਹੀ ਸੰਭਾਲ ਵਾਸਤੇ ਅੱਗੇ ਆ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਦੀ ਇਹ ਕਹਾਣੀ ਤਾਂ ਬਹੁਤ ਲੰਬੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਇਹਨੂੰ ਬਣਾਉਣ ਵਾਸਤੇ ਅੰਗਰੇਜ਼ਾਂ ਦੇ ਟਾਈਮ 500 ਸਿੱਖਾਂ ਨੇ ਸ਼ਹੀਦੀਆਂ ਦਿੱਤੀਆਂ। 500 ਸਿੱਖ ਸ਼ਹੀਦ ਹੋਏ। ਉਸ ਤੋਂ ਬਾਅਦ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਹੋਂਦ 'ਚ ਆਈ। ਔਰ ਜਦੋਂ ਇਹ ਸ਼ਹੀਦੀਆਂ ਹੋਈਆਂ ਤਾਂ ਮਹਾਤਮਾ ਗਾਂਧੀ ਨੇ ਇੱਕ ਸਟੇਟਮੈਂਟ ਦਿੱਤੀ ਸੀ ਕਿ ਹਿੰਦੁਸਤਾਨ ਨੇ ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਹੈ ਕਿਉਂਕਿ ਉਦੋਂ ਇਹ ਗੁਰਦੁਆਰਿਆਂ ਦਾ ਮੋਰਚਾ ਜਿੱਤਿਆ ਸੀ। ਤੇ ਉਦੋਂ ਗਾਂਧੀ ਸਾਹਿਬ ਨੇ ਕਿਹਾ ਸੀ ਵੀ ਇਹ ਆਪਾਂ ਪਹਿਲੀ ਲੜਾਈ ਹਿੰਦੁਸਤਾਨ ਦੀ ਆਜ਼ਾਦੀ ਦੀ ਜਿੱਤ ਲਈ ਹੈ। ਔਰ ਇਹ 1925 ਦੇ ਵਿੱਚ ਇੱਕ ਐਕਟ ਬਣਿਆ ਸੀ, ਅੰਗਰੇਜ਼ਾਂ ਨੇ ਐਕਟ ਬਣਾਇਆ ਸੀ। ਔਰ ਉਸ ਤੋਂ ਬਾਅਦ ਇਹ ਸਾਰਾ ਪ੍ਰਬੰਧ ਬਹੁਤ ਵਧੀਆ ਤਰੀਕੇ ਦੇ ਨਾਲ ਚੱਲਦਾ ਰਿਹਾ ਜਿੰਨਾ ਚਿਰ ਜੁਆਇੰਟ ਪੰਜਾਬ ਰਿਹਾ। 1966 ਵਿੱਚ ਹਰਿਆਣਾ ਬਣ ਗਿਆ। ਉਸ ਤੋਂ ਬਾਅਦ ਵੀ ਬਹੁਤ ਵਧੀਆ ਤਰੀਕੇ ਨਾਲ ਇਹ ਸਾਰਾ ਬੰਦੋਬਸਤ ਚੱਲਦਾ ਰਿਹਾ। ਉਸ ਤੋਂ ਬਾਅਦ ਇਹਦੇ ਵਿੱਚ ਪੋਲਿਟਿਕਸ ਆ ਗਈ। ਕਿਸੇ ਸਿੱਖ ਦੀ ਡਿਮਾਂਡ ਨਹੀਂ ਸੀ ਕਿ ਵੱਖਰੀ ਕਮੇਟੀ ਹਰਿਆਣੇ 'ਚ ਬਣੇ। ਕੋਈ 2-4 ਲੋਕ ਸਨ ਜਿਹੜੇ ਰੌਲਾ ਰਾਲਾ ਪਾਉਂਦੇ ਹਨ। ਕਿਸੇ ਆਮ ਸਿੱਖ ਦੀ ਕੋਈ ਡਿਮਾਂਡ ਨਹੀਂ ਸੀ ਹਰਿਆਣੇ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਇਹ ਵੱਖਰੀ ਬਣੀ। ਇਹ ਸਰਕਾਰਾਂ ਦੀ ਸਾਜ਼ਿਸ਼ ਸੀ। ਉਹ ਸਿੱਖਾਂ ਦੀਆਂ ਵੋਟਾਂ ਦੀ ਡਿਵੀਜ਼ਨ ਕਰਾਉਣਾ ਚਾਹੁੰਦੇ ਸਨ ਵੀ ਕਿਸੇ ਤਰੀਕੇ ਨਾਲ ਇਹਨੂੰ ਡਿਵਾਈਡ ਕਰਕੇ ਤੇ ਇਹਨਾਂ ਦੀਆਂ ਵੋਟਾਂ ਸਾਨੂੰ ਮਿਲ ਜਾਣ ਕੋਈ ਦੂਜੀਆਂ ਪਾਰਟੀਆਂ ਨੂੰ। ਇਹ ਜਿਹੜਾ ਸਿਸਟਮ ਹੈ ਇਹ ਚੱਲਦਾ ਰਿਹਾ। ਔਰ ਇਹਦਾ ਜਿਹੜਾ ਸੈਂਟਰਲ ਐਕਟ ਹੈ ਜਦੋਂ ਹਰਿਆਣਾ ਤੇ ਪੰਜਾਬ ਵੱਖਰਾ ਹੋਇਆ ਸੀ 3 ਚੀਜ਼ਾਂ ਜਿਹੜੀਆਂ ਨੇ ਨਾ ਉਹ ਸੈਂਟਰਲ ਐਕਟ 'ਚ ਆਈਆਂ ਸਨ। ਇੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਇੱਕ PAU ਯੂਨੀਵਰਸਿਟੀ ਤੇ ਇੱਕ ਆਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਇਹਨੂੰ ਅਗਰ ਕੋਈ ਤੋੜ ਸਕਦਾ ਹੈ ਤੇ ਉਹ ਗੌਰਮੈਂਟ ਆਫ ਇੰਡੀਆ ਤੋੜ ਸਕਦੀ ਹੈ। ਕਿਸੇ ਸਟੇਟ ਗੌਰਮੈਂਟ ਕੋ ਕੋਈ ਪਾਵਰ ਨਹੀਂ ਕਿ ਇਹਦੇ ਵਿੱਚ ਅਮੈਂਡਮੈਂਟ ਕਰ ਸਕੇ। ਉਹਦੇ 'ਚ ਕੀ ਹੋਇਆ ਕਿ ਹੁੱਡਾ ਸਾਹਿਬ ਨੇ ਚੁੱਕ ਕੇ ਵਿਧਾਨ ਸਭਾ 'ਚ ਮਤਾ ਪਾਸ ਕਰਕੇ ਉਹ ਸਾਰਾ ਕੁਝ ਕਰ ਗਿਆ। ਔਰ ਉਸ ਤੋਂ ਬਾਅਦ ਖੱਟਰ ਸਾਹਿਬ ਆਏ ਤੇ ਇਹਨਾਂ ਨੇ ਚੱਕ ਕੇ ਉਹ ਜਿਹੜੀ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਤੀ। ਔਰ ਜਿਸ ਮਕਸਦ ਵਾਸਤੇ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਿਆ ਇਹ ਬਹੁਤ ਵੱਡਾ ਬਜ਼ਰ ਗੁਨਾਹ ਕੀਤਾ ਇਹਨਾਂ ਨੇ। ਇਹ ਸੰਸਥਾ ਜਿਹੜੀ ਹੈ ਸਿੱਖਾਂ ਨੇ ਬਹੁਤ ਕੁਰਬਾਨੀਆਂ ਕਰਕੇ ਪ੍ਰਾਪਤ ਕੀਤੀ ਸੀ। ਔਰ ਉਹਦੇ ਨਾਲ ਇਹਨਾਂ ਨੇ ਇਹ ਸੋਚਿਆ ਕਿ ਇਹ ਜਿਹੜੀਆਂ ਨੇ ਵੋਟਾਂ ਨੇ ਸਿੱਖਾਂ ਦੀਆਂ ਡਿਵਾਈਡ ਹੋ ਜਾਣਗੀਆਂ। ਮੈਂ ਸਾਰੇ ਪੱਤਰਕਾਰ ਭਰਾ ਬੈਠੋ, ਮੈਂ ਤੁਹਾਨੂੰ ਬਹੁਤ ਪੁਰਾਣਾ ਜਾਣਦਾ, ਸਾਰਿਆਂ ਨੂੰ ਤਕਰੀਬਨ
ਕੋਈ ਇੱਕ ਅੱਧਾ ਨਵਾਂ ਵਿੱਚ ਸ਼ਾਇਦ ਹੋਵੇ। ਮੈਂ ਗਰੰਟੀ ਦਾ ਦੇਣਾ ਵੀ ਐਤਕੀ 90% 99% ਸਿੱਖ ਬੀਜੇਪੀ ਨੂੰ ਵੋਟ ਨਹੀਂ ਪਾਏਗਾ। ਸਿਰਫ ਇਸ ਕਾਰਨ ਇਹ ਤਾਂ ਸੋਚਦੇ ਨਾ ਵੀ ਇਹੀ ਵੱਖਰੀ ਬਣਾਤੀ ਹੈ ਤੇ ਸਿੱਖਾਂ ਨੂੰ ਖੁਸ਼ ਕਰਤਾ ਹੈ, ਲੇਕਿन 99% ਸਿੱਖ ਜਿਹੜਾ ਬੀजेपी ਨੂੰ ਐਤਕੀ वोट नहीं पाया। मैं चैलेंज करना मनोहर लाल खट्टर ने। इससे नुकसान क्या कर नुकसान बहुत बड़ा है। आप हम धार्मिक तौर पर देखते हैं, फाइनेंशियली तौर पर नहीं देखते हैं। हमारी एक संस्था है, उसको तोड़ा गया है। ये बहुत बड़ी कुर्बानियों के बाद बनी थी और उसके बाद इन्होंने ये सारा कुछ कर दिया। अब उसके बाद जो इन्होंने कमेटी बनाई हरियाणा के अंदर, उसमें एक भी आदमी 2-4 को छोड़ करके वो गुरमत के ऊपर पूरा नहीं ठहरता है। जो हमारे असूल हैं सिक्खी के, उनके ऊपर एक भी आदमी इनमें से नहीं ठहरता। फिर जो इन्होंने कमेटी बनाई, वही कमेटी के लोग अपनी ही कमेटी के लोगों के ऊपर इल्जाम ला रहे हैं। अब दादूवाल कहता है कि जो हमारा प्रधान है वो महंत जो कमलजीत सिंह, वो नशा करता है, वो समैक खाता है, वो चिट्टा पीता है। वो कह रहा है, दादूवाल कह रहा है, उधर नलवी कह रहा है। ये आपस में कह रहे हैं कि वो पैसे खा गया, वो पैसे खा गया। यहाँ कोई प्रबंध नहीं चल रहा है, गुरुद्वारों के ऊपर कोई हरियाणा का सिस्टम नहीं चल रहा है। अब गुरुद्वारों में गुरु का लंगर होता है तो गुरु का लंगर सबके लिए है, किसी सिख के लिए नहीं, हर जाति के लिए, हर वर्ग के लिए है। अमूमन के जब दिल्ली में कोई धरना चलता था, चाहे कांग्रेसी भी वहां धरना लगाते थे तो गुरुद्वारा बंगला साहब से लंगर जाता था। अगर कोई भी पॉलिटिकल पार्टी हिंदुस्तान की वहां धरना करती थी, कुछ भी होता था तो लंगर बंगला साहब से जाता था। पहली बार हुआ है कि हमारी बेटियां वहां बैठी थी धरने के ऊपर, पहलवान, ये लड़की सोनाक्षी और ये फोगाट बैठी थी। और पहली बार है कि दिल्ली गुरुद्वारा प्रबंधक कमेटी के ऊपर बीजेपी का कब्जा है, उन्होंने लंगर नहीं देने दिया। ये बातें फर्क पड़ती हैं। जो आप कहते हैं ना भी ये क्या फर्क, ये फर्क पड़ता है। अब किसानों का यहाँ पर संघर्ष हुआ, किसानों का संघर्ष आप डकैत से पूछो, किसी से पूछो, सब कहते हैं कि गुरुद्वारों के लंगर से और लोगों के सहयोग से ये आंदोलन सफल हुआ। अब पीछे लंगर की जरूरत पड़ी। अभी कुरुक्षेत्र में 4 दिन पहले ये सब कुछ हुआ और उसके बाद भी कर्मजीत का जो प्रधान है यहाँ हरियाणा सिख गुरुद्वारा प्रबंधक कमेटी का, उसने कहा कि हम बिल्कुल भी किसानों को लंगर नहीं देंगे। ये कोई बात बनती है?